इस वक्त हमारे साथ मौजूद हैं पंजाब कांग्रेस के प्रधान राजा वड़िंग, जिनके ऊपर और कांग्रेस पार्टी के ऊपर पंजाब बीजेपी के प्रधान सुनील जाखड़, विक्रम मजीठिया, रवनीत बिट्टू, ये तमाम लोग आरोप लगा रहे हैं कि गगनदीप सिंह रंधावा के सुसाइड के मामले में, आत्महत्या के मामले में जो विपक्षी एकता थी उसको कांग्रेस पार्टी और राजा वड़िंग कमज़ोर कर रहे हैं। खुद राजा साहब हमारे साथ मौजूद हैं। राजा साहब, सबसे पहले सुनील जाखड़ से शुरू करते हैं। सुनील जाखड़ ने कहा कि आप लोग सिर्फ दिखावे की यूनिटी कर। देखो, गल ये आ कि सुनील जाखड़ मानसिक परेशान हैगा। ਉਹਨੂੰ ਲੱਗ ਰਿਹਾ ਕਿ ਬੀਜੇਪੀ ਮੈਨੂੰ ਕੁਝ ਜਲਦੀ ਰਾਜ ਸਭਾ ਬਣਾਵੇ ਔਰ ਮੇਰੇ ਉੱਪਰ ਬਿਠਾਤਾ ਲਿਆ ਕੇ ਅਸ਼ਵਨੀ ਜੀ, ਕਿਉਂਕਿ ਕੰਮ ਤਾਂ ਕਰਦਾ ਨਹੀਂਗਾ ਕਿਸੇ ਗੱਲ ਤੇ। ਔਰ ਜਾਖੜ ਸਾਹਿਬ ਨੂੰ ਸਵਾਏ ਰਾਜਾ ਵੜਿੰਗ ਤੋਂ ਕੋਈ ਹੋਰ ਬੰਦਾ ਦਿਖਦਾ ਨਹੀਂ। ਉਹਦਾ ਕਾਰਨ ਇਹ ਹੈ, ਪੰਜਾਬ ਦੇ 5-7 ਸਰਮਾਏਦਾਰ ਲੋਕਾਂ ਨੇ ਜਿਹੜੇ ਬਹੁਤ ਵੱਡੇ ਪਰਿਵਾਰ ਸੀ, ਇਹਨਾਂ ਨੇ ਕਈ ਦਹਾਕੇ ਪੰਜਾਬ ਨੂੰ ਲੁੱਟਿਆ। ਜਿਹਦੇ ਵਿੱਚੋਂ ਬਾਦਲ ਪਰਿਵਾਰ ਇੱਕ ਹੈ, ਜਿਹਦੇ ਵਿੱਚੋਂ ਜਾਖੜ ਪਰਿਵਾਰ ਇੱਕ ਹੈ। 800 ਏਕੜ ਜ਼ਮੀਨਾਂ, ਸ਼ਿਪਿੰਗ ਕੰਪਨੀਆਂ ਦੇ ਵਿੱਚ ਹਿੱਸਾ, ਵੱਡੇ ਵੱਡੇ ਹੋਟਲ। ਮਜੀਠਾ ਪਰਿਵਾਰ ਉਹਨਾਂ 'ਚੋਂ ਇੱਕ ਹੈ। ਔਰ ਹੋਰ ਕਈ ਸਾਰੇ ਜਿਹੜੇ ਪਰਿਵਾਰ ਹੈਗੇ ਜਿਨ੍ਹਾਂ ਦਾ ਮੈਂ ਨਾਂ ਨਹੀਂ ਇੱਥੇ ਜ਼ਿਕਰ ਕਰਾਂਗਾ, ਇਹ ਆਪਸ ਵਿੱਚ ਇਕੱਠੇ ਸੀ। ਇਹਨਾਂ ਦਾ ਹਮੇਸ਼ਾ ਆਪਸ ਵਿੱਚ ਲੈਣ ਦੇਣ ਰਹਿੰਦਾ ਸੀਗਾ ਕਿ ਕਦੇ ਸੱਤਾ ਰਾਜ ਭਾਗ 'ਚ ਅਸੀਂ ਆ ਜਾਵਾਂਗੇ, ਕਦੇ ਤੁਸੀਂ ਆ ਜਾਓ। ਇਹਨਾਂ ਨੂੰ ਬਰਦਾਸ਼ਤ ਹੀ ਨਹੀਂ ਹੁੰਦਾ ਕਿ ਕੋਈ ਆਮ ਵਰਕਰ ਇਹਨਾਂ ਦੇ ਸਾਹਮਣੇ, ਕੋਈ ਆਮ ਵਿਅਕਤੀ ਖੜਾ ਹੋ ਕੇ ਛਾਤੀ ਚੌੜੀ ਕਰਕੇ ਗੱਲ ਕਰ ਸਕੇ। ਇਹ ਪ੍ਰੋਬਲਮ ਹੈ ਬਾਦਲ ਪਰਿਵਾਰ ਦੀ, ਦਿੱਕਤ ਹੈ ਤੇ ਜਾਖੜ ਪਰਿਵਾਰ ਦੀ। ਕਿਉਂਕਿ ਮੈਂ ਉਹਨਾਂ ਦੇ ਗੜ੍ਹ ਦੇ ਵਿੱਚ ਸਟੈਬਲਿਸ਼ ਹੋ ਕੇ ਅੱਜ ਇਹਨਾਂ ਨਾਲੋਂ ਸੱਚੇ ਪਾਤਸ਼ਾਹ ਦੀ ਕਿਰਪਾ ਸਾਡੇ ਤੇ ਜ਼ਿਆਦਾ ਹੈ। ਕਿਉਂਕਿ ਲੋਕਾਂ ਨੇ ਦੇਖ ਲਿਆ ਕਿ ਮਿਲੇ ਵੇ ਹੈ, ਧਨਾੜ ਬੰਦੇ ਇੱਕ ਦੂਸਰੇ ਦੇ ਇੰਟਰਸਟ ਵਾਚ ਕਰਦੇ ਸੀ। ਇਹ ਦੋਨੋਂ ਪਰਿਵਾਰ ਕਦੇ ਲੜੇ ਨਾ ਕਦੇ ਜਾਖੜ ਲੜਿਆ, ਨਾ ਕਦੇ ਬਾਦਲ ਲੜੇ। ਆਮਣੇ ਸਾਹਮਣੇ ਲੜੇ, ਇੱਕ ਦੂਜੇ ਨੂੰ ਦਿੰਦੇ ਰਹੇ ਕਿ ਤੁਸੀਂ ਅਬੋਰੋ ਜਿੱਤ ਜਾਓ, ਤੁਸੀਂ ਲੰਬੀਆਂ ਤੇ ਫਲਾਣੇ ਤੋਂ ਜਿੱਤ ਜਾਓ। ਜਾਖੜ ਨੇ ਹਮੇਸ਼ਾ ਕਾਂਗਰਸ ਪਾਰਟੀ ਨੂੰ, ਜਦੋਂ ਮੈਂਬਰ ਆਫ ਪਾਰਲੀਮੈਂਟ ਸਾਡੇ ਉੱਥੇ ਫਿਰੋਜ਼ਪੁਰ ਤੋਂ ਲੜਦੇ ਸੀ, ਉਹਨਾਂ ਦੀ ਪਿੱਠ 'ਚ ਛੁਰੇ ਮਾਰੇ। ਉੱਥੇ ਜੋਸ਼ਨ ਸੀ, ਉੱਥੇ ਜਗਮੀਤ ਬਰਾੜ ਲੜਿਆ, ਉੱਥੇ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਲੜੇ, ਲੇਕਿਨ ਹਰਾਉਣ ਦਾ ਕੰਮ ਕੀਤਾ। ਨਾ ਕੇਵਲ ਕਾਂਗਰਸ, ਹੁਣ ਬੀਜੇਪੀ 'ਚ ਰਾਣਾ ਗੁਰਮੀਤ ਸਿੰਘ ਸੋਢੀ ਲੜਿਆ, ਜ਼ਰਾ ਉਹਨੂੰ ਪੁੱਛ ਲਓ। ਬੀਜੇਪੀ ਦਾ ਪ੍ਰਧਾਨ ਹੋ ਕੇ ਉਹਨੂੰ ਹਰਾਉਣ ਦੀ ਕੋਸ਼ਿਸ਼ ਕੀਤੀ। ਕਹਿਣ ਦਾ ਮਤਲਬ ਇਹ ਕਹਿੰਦੇ ਕਿ ਸਾਡੇ ਤੋਂ ਬਿਨਾਂ ਹੋਰ ਕੋਈ ਪਰਿਵਾਰ ਐਸਟੈਬਲਿਸ਼ ਨਾ ਹੋਵੇ। ਦੂਸਰੀ ਗੱਲ, ਮੈਂ ਤਾਂ ਇਹਨਾਂ ਦੇ ਨਾਲ ਇੱਕ ਕਦਮ ਤੁਰਨਾ ਨਹੀਂ ਚਾਹੁੰਦਾ, ਕਿਉਂਕਿ ਮੇਰੀ ਵਿਚਾਰਧਾਰਾ ਅਲੱਗ ਹੈ। ਚਲੋ ਯੂਨੈਨਿਮਸਲੀ ਪਾਰਟੀ ਨੇ ਫੈਸਲਾ ਕਰ ਲਿਆ ਤੇ ਮੈਂ ਇਹਨਾਂ ਨਾਲ ਪ੍ਰੋਟੈਸਟ ਚਲਾ ਗਿਆ। ਪਰ ਰਾਜਾ ਵੜਿੰਗ ਕੋਲੇ ਤੁਹਾਡੀਆਂ ਤਸਵੀਰਾਂ ਹੈ ਤੇ ਮੀਡੀਆ ਕੋਲੇ ਛੁਪ ਕੇ ਦਰਖਤ ਦੇ ਥੱਲੇ ਪਿੱਛੇ ਖੜਾ ਸੀ ਜਾਖੜ ਸਾਹਿਬ। ਪਾਣੀ ਤੋਂ, ਵਿਛਾੜਾ ਤੋਂ ਡਰਦਾ, ਗੋਲੀ ਦੇ ਸਾਹਮਣੇ ਤਾਂ ਖੜਨਾ ਹੀ ਕੀ ਹੈ। ਵਿਛਾੜਾ ਤੋਂ ਡਰਦੇ ਜਾਖੜ ਸਾਹਿਬ ਤੇ ਆ ਜਿਹੜਾ ਬੱਬਰ ਸ਼ੇਰ ਹੈ ਮਾਝੇ ਦੇ, ਜਿਹੜੇ ਆਪਣੇ ਆਪ ਨੂੰ ਮੁੱਛਾਂ ਚੜਾ ਕੇ, ਉਹ ਦੋਨੋਂ ਜਾਣੇ ਪਿੱਛੇ ਲੁਕੇ ਖੜੇ ਸੀ ਤੇ ਮੈਂ ਇਸ਼ਾਰੇ ਕਰ ਰਿਹਾ ਸੀ, ਮੈਂ ਬਾਹਰ ਆਓ। ਮੈਂ ਕੱਲਾ ਵਿਚਾਲੇ ਖੜ ਕੇ ਕਾਂਗਰਸ ਪਾਰਟੀ ਦੇ ਲੋਕਾਂ ਦੇ ਨਾਲ ਪ੍ਰੋਟੈਸਟ ਦੇ ਵਿੱਚ ਸ਼ਾਮਲ ਸੀਗਾ। ਹੁਣ ਗੱਲ ਆਈ CBI ਦੀ। ਹਰ ਵਿਅਕਤੀ ਦਾ ਆਪਣਾ ਆਪਣਾ ਵਿਚਾਰ ਹੁੰਦਾ ਹੈ। ਮੈਂ ਆਪਣੇ MPs ਦੇ ਨਾਲ ਖੜਾ ਹਾਂ ਜੋ ਉਹਨਾਂ ਦੀ ਮੰਗ ਹੈ, ਕਿਉਂਕਿ ਮੈਂ ਪਾਰਟੀ ਦਾ ਸਿਪਾਹੀ ਔਰ ਪ੍ਰਧਾਨ ਹੈ। ਔਜਲਾ ਸਾਹਿਬ ਨੇ ਖੜੇ ਹੋ ਕੇ NIA ਦੀ ਡਿਮਾਂਡ ਕੀਤੀ, ਕਿਉਂਕਿ ਗੈਂਗਸਟਰ ਦਾ ਵੀ ਵਿੱਚ ਜ਼ਿਕਰ ਸੀਗਾ ਕਿ ਕੁਝ ਉਹਨਾਂ ਨੇ ਕਿਹਾ ਕਿ ਗੈਂਗਸਟਰਾਂ ਤੋਂ ਤੁਹਾਡੇ ਪਰਿਵਾਰ ਨੂੰ ਮਰਵਾ ਦੇਵਾਂਗੇ। ਉਹਨਾਂ ਨੇ NIA ਦੀ ਜਾਂਚ ਮੰਗੀ। ਇਮੀਡੀਏਟਲੀ ਤੁਹਾਡਾ ਗ੍ਰਹਿ ਮੰਤਰੀ ਸਾਹਿਬ खड़े होके कहते हैं कि सानू तो मैं CBI की जांच दे देता हूँ, अभी लिख के दे दो। और इमीडिएटली साढ़े 4 संसद मौजूद सन लोक सभा च। मैं तो उस दिन है ही नहीं सी, क्योंकि भगत सिंह जी का दिहाड़ा सी ते मैं खटकट कलां दे विच मौजूद सा उस समय। मैं उस दिन पार्लीमेंट च ही नहीं आया। वो इमीडिएटली साढ़े 4 संसद ने CBI दे बारे उन्होंने कहा CBI ने देना, उन्होंने लिख के देता। मैं अपने संसद मैंबरां दी रिस्पैक्ट करदा है, मैं उन्होंने नाल, पर मैं नाल ये कहा कि मेरा जिहड़ा पुराना तजुर्बा है CBI दा, वो कोई बहुता चंगा नहीं है।
ਜਿੰਨੇ ਵੀ ਪੁਰਾਣੇ ਸਾਰੇ ਕੇਸਿਸ ਤੁਸੀਂ ਦੇਖ ਲਓ ਜੋ ਸੀਬੀਆਈ ਨੇ ਦਰਜ ਕੀਤੇ ਸਨ, ਉਹਨਾਂ ਦੇ ਵਿੱਚ ਕੋਈ ਗੱਲਬਾਤ ਨਹੀਂ ਰਹੀ। ਆ ਹਾਲ ਹੀ 'ਚ ਜਿਹੜਾ ਹੁਣੇ ਹੀ ਮੇਰਾ ਖਿਆਲ ਦਿੱਲੀ ਦਾ ਇੱਕ ਜਿਹੜਾ ਸੀਗਾ ਉਹ ਵੀ ਸੀਬੀਆਈ ਕੋਲੇ ਸੀ। ਸੋ ਮੈਨੂੰ ਇਹ ਲੱਗਿਆ ਕਿ ਸੀਬੀਆਈ ਮੀਨਸ ਬੀਜੇਪੀ, ਕਿ ਸੀਬੀਆਈ ਪ੍ਰੋਬ ਨੂੰ ਪੰਜਾਬ ਦੀ ਸਰਕਾਰ ਕੇਂਦਰ ਸਰਕਾਰ ਨਾਲ ਮਿਲ ਕੇ ਅਮੂਮਨ ਤੌਰ ਤੇ ਮੈਨੂੰ ਦੱਸੋ ਤਾਂ ਸਹੀ, ਸੀਬੀਆਈ ਨੇ ਕਿਹਨੂੰ ਸਜ਼ਾ ਕਰਾਈ ਅੱਜ ਤੱਕ? ਕਿਸੇ ਨੂੰ ਸਜ਼ਾ ਨਹੀਂ ਕਰਾਈ। ਸੀਬੀਆਈ ਦਾ ਕੇਵਲ ਨਾਂ ਹੀ ਵੱਡਾ ਹੈ। ਬਾਕੀ ਇਹਨਾਂ ਏਜੰਸੀਆਂ ਕਠਪੁਤਲੀ ਦੀ ਤਰ੍ਹਾਂ ਅਸੀਂ ਰੋਜ਼ ਇਹਨਾਂ ਤੇ ਸਵਾਲੇ ਚਿੰਨ੍ਹ ਲਵਾਉਣੇ ਹੈ ਕਿ ਭਾਈ ਇਹ ਏਜੰਸੀਜ਼ ਬੀਜੇਪੀ ਦੇ ਇਸ਼ਾਰੇ ਤੇ ਕੰਮ ਕਰਦੀਆਂ। ਔਰ ਲੇਕਿਨ ਸਾਡੇ ਸੰਸਦ ਮੈਂਬਰ ਨੇ, ਤੁਸੀਂ ਕਿਹਾ NIA ਮੰਗਿਆ ਤੇ ਤੁਸੀਂ CBI ਦੇ ਕੇ ਸਾਈਨ ਕਰਾ ਲੇ। ਆਈ ਰਿਸਪੈਕਟ ਦੈਟ, ਕਰੋ। ਮੈਂ ਤਾਂ ਤੁਹਾਨੂੰ ਕੋਈ ਚਿੱਠੀ ਨਹੀਂ ਲਿਖੀ ਵੀ CBI ਦੀ ਇਨਕੁਆਇਰੀ ਨਾ ਕਰੋ। ਮੈਂ ਕੀ ਕਿਹਾ ਹੈ, ਜਸਟਿਸ ਚਾਹੀਦਾ। ਕੋਈ ਵਿਅਕਤੀ ਕਹਿੰਦਾ CBI ਨੂੰ ਇਨਕੁਆਇਰੀ ਕਰੋ, ਕੋਈ ਕਹਿੰਦਾ ਕੋਈ ਕਰੋ। ਮੈਂ ਨਾਲ ਇਹ ਕਿਹਾ ਕਿ ਅਗਰ ਪਰਿਵਾਰ ਇਹ ਚਾਹੁੰਦਾ ਕਿ CBI ਤੋਂ ਇਨਕੁਆਇਰੀ ਹੋਵੇ ਤਾਂ CBI ਤੋਂ ਕਰਾ ਲਓ, ਲੇਕਿਨ ਨਾਲ ਅਗਰ ਹੋ ਸਕਦਾ ਹੈ ਤਾਂ ਜਸਟਿਸ ਜਿਹੜਾ, ਅਗਰ ਤੁਸੀਂ ਚਾਹੁੰਦੇ ਹੋ ਕਿ ਜਸਟਿਸ ਮਿਲੇ ਤਾਂ ਹਾਈ ਕੋਰਟ ਦਾ ਜੱਜ, ਸਿਟਿੰਗ ਜੱਜ ਤੇ ਸੁਪਰੀਮ कोर्ट ਦੇ सिटिंग जज ਦੀ देख रेख ਦੇ ਵਿੱਚ ਇਹ इंक्वायरी होवे। तो यह सवाल राजा वड़िंग ये चाहते हैं सीबीआई इंक्वायरी हो लेकिन सुप्रीम कोर्ट या हाई कोर्ट के मॉनिटर में हो ना। मैं ये क्या सीगा कि सिटिंग जज ਦੇ देख रेख ਦੇ ਵਿੱਚ इंक्वायरी होनी चाहिए है। मैं पहला CBI ਦਾ ਨਾਮ ਨਹੀਂ ਲਿਆ, ਪਰ ਮੇਰੇ 4 ਸਾਥੀਆਂ ਨੇ ਇਮੀਡੀਏਟਲੀ NIA ਦੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਸੀ CBI ਦੀ ਦਿੰਦੇ ਤੋਂ ਜਾ ਕੇ ਦੇ ਆਏ। ਮੈਂ ਉਹ ਵੀ ਜਸਟਿਸ ਹੀ ਮੰਗ ਰਿਹਾ, ਮੈਂ ਉਹਨਾਂ ਦੇ ਖਿਲਾਫ ਨਹੀਂ ਹਾਂ, ਉਹ ਵੀ ਤਾਂ ਜਸਟਿਸ ਹੀ ਮੰਗ ਰਹੇ ਹੈ। ਪਰ ਅਗਰ ਪਰਿਵਾਰ ਇਹ ਚਾਹੁੰਦਾ ਹੈ, ਮੈਨੂੰ ਕੋਈ ਸੈਂਟਰਲ ਏਜੰਸੀਜ਼ ਤੇ ਵਿਸ਼ਵਾਸ ਨਹੀਂ ਹੈ, ਅਗਰ ਪਰਿਵਾਰ ਇਹ ਚਾਹੁੰਦਾ CBI ਦੀ ਇਨਕੁਆਇਰੀ ਹੋ ਤਾਂ ਰੋਕਿਆ ਕਿਨੇ? ਕਰੋ। ਪਰ ਮੈਂ ਤਾਂ ਨਾਲ ਇਹ ਕਿਹਾ ਕਿ ਸਿਟਿੰਗ ਜੱਜ ਅਗਰ ਹੋ ਜਾਏ ਤਾਂ ਜ਼ਿਆਦਾ ਬੈਟਰ ਹੈ। ਅਦਰਵਾਈਜ਼ CBI ਨੇ ਕੇਸ ਖੁਰਦ-ਬੁਰਦ ਕਰ ਦੇਣਾ ਹੈ, ਪਤਾ ਨਹੀਂ ਕਿਦੋਂ ਨੂੰ ਜਸਟਿਸ ਦੇਗੀ CBI। ਪਰ ਫਿਰ ਵੀ ਅਗਰ CBI ਨੇ, ਸਾਡੇ ਮੈਂਬਰਸ ਨੇ ਲਿਖ ਕੇ ਦਿੱਤਾ ਹੈ और सारे लोग अगर मांग कर रहे हैं CBI दी परिवार, तो मैं सहमत हाँ। लेकिन मेरी गल यह कि CBI दे अगर सिटिंग जज होए तो बेहतर इंक्वायरी होए। दूसरी गल, रोका किने है, रोकया किने है? जिथे दिल करता उत्थे देश का गृह मंत्री CBI भेज दिंदा है, जिथे दिल करता NIA भेज दिंदा है, जिथे दिल करता ED भेज दिंदी है। एक बंदे ते 3 एजेंसीज चलियां जांदियां। रोक कौन रहा है? जाखड़ साहब ड्रामा क्यों कर रहे हैं जाके गवर्नर ਨੂੰ ਮਿਲਦਾ? CBI ਇਨਕੁਆਇਰੀ 24 ਘੰਟਿਆਂ 'ਚ ਲੱਗ ਜਾਣੀ ਚਾਹੀਦੀ ਸੀ। ਇਹਦਾ ਮਤਲਬ ਰਾਜਾ ਵੜਿੰਗ ਅਗਰ CBI ਦੀ ਇਨਕੁਆਇਰੀ ਨਾ ਮੰਗੇ, ਮੰਨ ਲਓ, ਹਾਲਾਂਕਿ ਮੈਨੂੰ ਕੋਈ ਇਤਰਾਜ਼ ਨਹੀਂ ਹੈ, ਮੈਂ ਨਾ ਦਿਓ, ਇਹਦਾ ਮਤਲਬ ਮੈਂ ਅਗਰ CBI ਦੀ ਇਨਕੁਆਇਰੀ ਨਹੀਂ ਮੰਗ ਰਿਹਾ ਤਾਂ ਤੁਸੀਂ ਪਰਿਵਾਰ ਨੂੰ ਜਸਟਿਸ ਨਹੀਂ ਦਿਓਗੇ। ਤੁਸੀਂ ਡਰਾਮਾ ਕਰ ਰਹੇ ਹੋ ਗਵਰਨਰ ਨੂੰ ਮਿਲਣ ਦਾ। 4.5 ਸੰਸਦ ਮੈਂਬਰ ਦੇ ਆਏ ਆ ਲਿਖ ਕੇ, ਦਿਓ ਇਨਕੁਆਇਰੀ। ਤੁਹਾਨੂੰ ਮਨਾ ਕਿਹਨੇ ਕੀਤਾ? जानबूझ के ड्रामा किया जा रहा है, क्योंकि सियासी तौर पे जानबूझ के ड्रामा किया जा रहा है। जो देश के गृह मंत्री ने फ्लोर ऑफ दी हाउस कहता, फिर राजा वड़िंग का तो मतलब ही नहीं आया किते। मैं थोनू कह रहा, मैं परिवार दे नाल है। मैं चाहना कि परिवार नू मुकम्मल तौर पे जेड़ा जस्टिस मिले। जिथों तक ये राजा वड़िंग हर बंदे नू देखदा, ये मजीठिया साहब नू भी राजा वड़िंग देखदा है। वो तो उन्होंने ट्वीट करके कहा है कि राजा वड़िंग, डॉक्टर अमर सिंह, शेर सिंह गुबाया, इन तीनों ने नहीं लेटर लिखा है। यानी ये चाहते नहीं। देखो मैं तो इत्थे मौजूद नहीं सी, नहीं तो शायद कोलीग्स दे विच मौजूद हुंदा तो सारे यूनैनिमस साइन कर दिंदे। वो 4 मौजूद सी, वो 4 कर गए। मैं तो तुहानूं कहा, मैं तो चंडीगढ़ सीगा। दूसरी गल, तुसीं ते जिहड़ा जाखड़ है, पहली गल तां अकाली दल ते BJP मिली भी है, ये दैट्स 100% क्लीयर। 100% दोनों जाने मिले हुए है, आपसी राय करके गल करते हैं। जिहड़ी भी गल करते, जिहड़ी गल भगवंत मान बोल रहे ने कि राजा वड़िंग ते भी एक केस हैगा, मेरे ते कोई FIR नहीं है, ना कदे होई सी, ना मेरा किसी ने सुसाइड दे विच नाम लिया सी। मेरा किते सुसाइड दे नाम, भगवंत मान मेरा नाम ले रहे ने, मुख्यमंत्री साहब। सुखबीर बादल साहब वो कह रहे ने कि यार 4 सालों का फिर तू इनकुआरी करदा, कीती क्यों नहीं राजे वड़िंग दी? तेरी सांठ गांठ है।
ਮੇਰੇ ਤੇ ਸੁਖਬੀਰ ਬਾਦਲ ਸਿੰਘ, ਕਿਉਂਕਿ ਸੁਖਬੀਰ ਬਾਦਲ ਸਾਹਿਬ ਦੀਆਂ ਅੱਖਾਂ 'ਚ ਵੀ ਮੈਂ ਰੜਕਦਾ, ਮੁੱਖ ਮੰਤਰੀ ਸਾਹਿਬ ਨੂੰ ਵੀ ਅੱਖਾਂ 'ਚ ਮੈਂ ਹੀ ਵੇਖਦਾ, ਜਾਖੜ ਦੀਆਂ ਅੱਖਾਂ 'ਚ ਸਾਹਿਬ ਦੀਆਂ ਵੀ ਮੈਂ ਦਿਖਦਾ, ਤੇ ਮਜੀਠੀਆ ਸਾਹਿਬ ਦੀਆਂ ਅੱਖਾਂ 'ਚ ਵੀ ਮੈਂ ਰੜਕਦਾ। ਮੇਰੇ ਤੇ ਤਾਂ FIR ਨਹੀਂ ਹੋਈ, ਨਾ ਮੇਰਾ ਕਿਸੇ ਸੁਸਾਈਡ ਦੇ ਵਿੱਚ, ਨਾ ਮੈਂ, ਜਿਹੜੇ ਪਰਿਵਾਰ ਦੀ ਗੱਲ ਕਰਦੇ ਉਹ ਮੇਰਾ ਪਰਿਵਾਰ ਹੈ, ਉਹ ਮੇਰੇ ਨਾਲ ਅੱਜ ਵੀ ਪਰਿਵਾਰਕ ਤੌਰ ਤੇ ਵਰਤਦਾ ਹੈ, ਆਪ ਇੱਕ ਪਰਿਵਾਰ ਦੇ ਤੌਰ ਤੇ ਵਰਤਦਾ ਹੈ, ਜਿਹੜੇ ਪਰਿਵਾਰ ਦੀ ਇਹ ਗੱਲ ਕਰ ਰਹੇ ਨੇ। ਤੇਰੀ ਇਨਕੁਆਇਰੀ ਨਹੀਂ ਕੀਤੀ ਮਾਨ ਸਾਹਿਬ ਨੇ। ਸੁਖਬੀਰ ਸਿੰਘ ਬਾਦਲ ਸਾਹਿਬ ਦਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਦਾ, ਕਿਉਂਕਿ ਮੇਰੇ ਕੋਲੇ ਕਹਾਣੀ ਸਾਰੀ ਹੈਗੀ ਹੈ, ਲੇਕਿਨ ਮੇਰੇ ਕੋਲੇ ਉਹ ਲੋਕਾਂ ਨੂੰ ਵਿਖਾਉਣ ਨੂੰ ਉਹਦਾ ਪ੍ਰੂਫ ਹੈ ਨਹੀਂਗਾ ਕਿ ਜੋ ਤੁਹਾਡੀ ਮੀਟਿੰਗ ਹੋਈ ਹੈ, ਸੁਖਬੀਰ ਬਾਦਲ ਸਾਹਿਬ ਨੇ ਇੰਟਰਨਲੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੋਂ ਸਮਝੌਤਾ ਕੀਤਾ ਹੋਇਆ, ਮਜੀਠੀਏ ਨੂੰ ਫੜਾਤਾ, ਮਜੀਠੀਆ ਫੜ ਲਿਆ ਵੀ ਮਜੀਠੀਏ ਨੂੰ ਫੜਨਾ ਤਾਂ ਫੜ ਲਓ। ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਮੈਂ ਹੋਟਲ ਢਾਊਂਗਾ, ਇਹਦਾ ਸੁਖ ਵਿਲਾਸ ਜਿਹੜਾ ਬਣਾਇਆ, ਜਿਹੜਾ ਅਰਬਾਂ ਰੁਪਏ ਦਾ ਹੋਟਲ ਜਿਹੜਾ ਬਣਾਇਆ ਹੈ ਸੁਖਬੀਰ ਸਿੰਘ ਬਾਦਲ ਸਾਹਿਬ ਨੇ, ਜਿਹੜਾ ਜਲ ਜੰਗਲ ਉੱਥੇ ਸਾਰਾ ਖਰਾਬ ਕਰਕੇ ਪੂਰਾ ਜਿਹੜਾ ਸਿਸਵਾਂ ਜਿਹੜੀ ਉਹ ਰੋਡ ਕੱਢੀ ਗਈ, ਨਵਾਂ ਮੁੱਲਾਂਪੁਰ ਵਸਾਇਆ, ਉਹ ਸੁਖਬੀਰ ਬਾਦਲ ਸਾਹਿਬ ਦਾ ਜਿਹੜਾ ਹੋਟਲ ਹੈ ਸੁਖ ਵਿਲਾਸ ਉਹਦੇ ਕਰਕੇ ਵਸਾਇਆ ਸੀ। ਸਾਰੇ ਮੰਤਰੀ ਕਹਿੰਦੇ ਸੀ ਅਸੀਂ ਇਹਨੂੰ ਢਾਵਾਂਗੇ, ਬੁਲਾਵਾਂਗੇ। ਅੱਜ ਤੱਕ ਨਾ ਸਰਕਾਰ ਨੇ ਕੁਝ ਕੀਤਾ, ਕੋਈ ਐਕਸ਼ਨ ਨਹੀਂ ਲਿਆ ਸਰਕਾਰ ਨੇ, ਇਹ ਮਿਲੀ ਭੁਗਤ ਹੈ। ਫਿਰ ਕਹਿੰਦੇ ਸੀ ਸੁਖਬੀਰ ਬਾਦਲ ਸਾਹਿਬ ਦਾ ਜਿਹੜਾ ਬੇਅਦਬੀ ਵਾਲਾ ਮਸਲਾ ਸੀ, ਇਹ ਸੁਖਬੀਰ ਸਾਹਿਬ ਬਾਦਲ ਸਾਹਿਬ ਨੂੰ ਅੰਦਰ ਜਾਣਾ ਪਊਗਾ। ਅੱਜ ਤੱਕ ਕਿਉਂ ਨਹੀਂ ਭੇਜਿਆ? ਅੱਜ ਤੱਕ ਬਗਰਾੜੀ ਮਸਲਾ ਹੱਲ ਨਹੀਂ ਹੋਇਆ। ਜਿਹੜਾ ਬੰਦਾ ਦੋਸ਼ੀ ਹੈ, ਜਿਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਾਈ, ਉਹ ਮੰਨਿਆ, ਕਿੱਥੇ ਮੰਨਿਆ? ਮੰਨਿਆ ਅਕਾਲ ਤਖਤ ਤੇ ਕਿ ਹਾਂ ਮੈਂ ਗੁਨੇਗਾਰ ਹਾਂ, ਉਹਨੂੰ ਅੱਜ ਤੱਕ ਸਜ਼ਾ ਨਹੀਂ ਦੇ ਸਕੀ ਸਰਕਾਰ, ਉਹਨੂੰ ਫੜ ਕੇ ਅੰਦਰ ਨਹੀਂ ਦੇ ਸਕੀ, ਡਰਾਮੇ ਕਰ ਰਹੀ ਹੈ। ਮਿਲੇ ਇਹ ਲੋਕ ਆਪਸ ਵਿੱਚ, ਇਹ ਲੋਕ ਮਿਲੇ ਨੇ, ਪਰ ਗੱਲ ਕਿਸੇ ਦੀ ਮਜੀਠੀਆ ਕਰਦਾ ਹੈ। ਬਾਕੀ ਰਾਜੇ ਵੜਿੰਗ ਨੂੰ ਨਾ ਕਿਸੇ ਦਾ ਡਰ ਸੀਗਾ ਤੇ ਨਾ ਹੈਗਾ। ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ, ਮੈਂ ਹੁਣ ਤੂੰ ਤੜਕ ਚੀਕਾਂ ਮੁੱਛਾਂ ਬਦਤਮੀਜ਼ੀ ਵਾਲੀ ਰਾਜਨੀਤੀ ਨਹੀਂ ਕਰਨਾ ਚਾਹੁੰਦਾ, ਬਦਤਮੀਜ਼ੀ ਵਾਲੀ ਰਾਜਨੀਤੀ ਨਹੀਂ ਕਰਨਾ ਚਾਹੁੰਦਾ। ਮੈਂ ਤੁਹਾਨੂੰ ਹਰ ਇੱਕ ਨੂੰ ਸਾਹਿਬ ਕਹਿ ਕੇ ਬੁਲਾਉਣਾ ਹੈ, ਤੁਹਾਨੂੰ ਜੀ ਕਹਿ ਕੇ ਬੁਲਾਉਣਾ ਹੈ, ਚਾਹੇ ਉਹ ਮੁੱਖ ਮੰਤਰੀ ਸਾਹਿਬ ਹੈ, ਚਾਹੇ ਸੁਖਬੀਰ ਬਾਦਲ ਸਾਹਿਬ ਹੈ, ਤੇ ਚਾਹੇ ਮਜੀਠੀਆ ਸਾਹਿਬ ਤੁਸੀਂ ਹੋ, ਤੇ ਚਾਹੇ ਜਾਖੜ ਸਾਹਿਬ ਹੈ। ਲੇਕਿਨ ਜਿਸ ਪ੍ਰਕਾਰ ਦਾ ਤੁਹਾਡਾ ਰਵੱਈਆ ਕਿ ਇਕੱਲੇ ਰਾਜਾ ਵੜਿੰਗ ਨੂੰ ਟਾਰਗੇਟ ਕਰ ਲਓ, ਕਿਉਂਕਿ ਤੁਸੀਂ ਸਰਮਾਏਦਾਰ ਪਰਿਵਾਰ ਹੋ, ਤੁਸੀਂ ਲੁੱਟੇ ਹੈ, ਤੁਹਾਨੂੰ ਪਤਾ ਹੈ ਕੋਈ ਸਾਡੇ ਵਰਗਾ ਬੰਦਾ ਕਿਤੇ ਆ ਗਿਆ ਤਾਂ ਫਿਰ ਸਾਰਾ ਕੁਝ ਗੋਲਮੋਲ ਹੋ ਜਾਏਗਾ। ਤੁਹਾਡੀ ਬੱਸ ਕਿਉਂ ਨਹੀਂ ਕਿਸੇ ਨੇ ਫੜੀ? ਸਰਕਾਰ 4 ਸਾਲਾਂ ਦੀ ਹੈ, ਇੱਕ ਬਾਦਲ ਸਾਹਿਬ ਦੀ ਇੱਕ ਬੱਸ ਨਹੀਂ ਫੜੀ, ਸੁਖਬੀਰ ਜੀ ਦੀ। ਰਾਜਾ ਵੜਿੰਗ ਰੋਜ਼ ਬੱਸਾਂ ਫੜਦਾ ਸੀ, ਉਹ 5 ਵਾਰੀ ਦੇ ਮੁੱਖ ਮੰਤਰੀ ਹੈ। ਭਗਵੰਤ ਮਾਨ ਸਾਹਿਬ 1 ਵਾਰੀ ਦੇ ਮੁੱਖ ਮੰਤਰੀ ਹੈ। ਜੇ ਮੈਂ 5 ਵਾਰੀ ਵਾਲੇ ਤੋਂ ਨਹੀਂ ਡਰਿਆ ਤਾਂ ਮੈਂ 1 ਵਾਰੀ ਵਾਲੇ ਤੋਂ ਨਹੀਂ ਡਰਦਾ। ਮੈਂ ਕੋਈ ਫੀਮ ਦਾ ਵਪਾਰੀ ਨਹੀਂ ਹਾਂ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬੇਫਜ਼ੂਲ ਦੀਆਂ ਗੱਲਾਂ ਕਿਸੇ ਨੇ ਨਹੀਂ ਤੁਹਾਨੂੰ ਰੋਕਿਆ ਵੀ CBI ਨੂੰ ਇਨਕੁਆਰੀ ਨਾ ਦਿਓ, ਦੇ दियो। एक आखिरी सवाल आपसे पूछूंगा कि इस पूरे मामले में चाहे बीजेपी हो, अकाली दल हो, आम आदमी पार्टी हो, सबके निशाने पे राजा वड़िंग है। सब यही कह रहे हैं राजा वड़िंग प्रधान है। राजा वड़िंग ये अपोजिशन की यूनिटी जो खासतौर से गगनदीप सिंह रंधावा वाले मामले में कमज़ोर कर रही है, इसलिए अभी तक CBI की जांच गृह मंत्रालय ने सिफारिश नहीं। यार कौन कमज़ोर कर रहा है? मैं कितों कोई और उल्लंघन किया भी CBI ਨੂੰ ਇਨਕੁਆਰੀ ਨਾ ਦਿਓ? ਮੈਂ ਤਾਂ ਗੱਲ ਕਹੀ ਨਹੀਂ ਇਹ ਗੱਲ। ਮੈਂ ਤਾਂ ਕਿਸੇ ਨੇ CBI ਇਨਕੁਆਰੀ ਮੰਗਣੀ ਹੈ, ਕਿਸੇ ਨੇ NIA ਇਨਕੁਆਰੀ ਮੰਗੀ ਹੈ, ਕਿਸੇ ਨੇ ਕੁਝ ਕਿਹਾ ਹੈ। ਮੈਂ ਕਿਹਾ ਕਿ ਜਿਹੜੀ ਵੀ ਏਜੰਸੀ ਦੀ ਜਾਂਚ ਕਰਾਉਣੀ ਚਾਹੁੰਦੇ ਹੋ कराओ, लेकिन उसके ऊपर सिटिंग जज। अच्छा, फिर अगर सिटिंग जज नहीं हो रहा तो कोई बात नहीं, करा लो। मैं कब कह रहा हूं नहीं कराओ? मैं किदों क्या भी नहीं कराना। ਜਿਹੜੀ ਤੁਸੀਂ ਕਹਿੰਦੇ ਯੂਨਿਟੀ ਦੀ ਗੱਲ, ਮੈਂ ਆਪਣੇ ਚਾਰੇ ਦੇ ਚਾਰੇ ਮੈਂਬਰ ਆਫ ਪਾਰਲੀਮੈਂਟ ਦਾ, ਹਾਲਾਂਕਿ ਮੇਰੇ ਨਾਲ ਸਲਾਹ ਮਸ਼ਵਰਾ ਨਹੀਂ ਹੋਇਆ, ਲੇਕਿਨ ਜੋ ਉਹਨਾਂ ਨੇ ਕੀਤਾ पार्टी साथ ਮੈਂ ਬਤੌਰ ਪ੍ਰਧਾਨ ਉਹਨਾਂ ਦੇ ਨਾਲ ਖੜਾ ਹਾਂ। ਆਈ ਰਿਸਪੈਕਟ ਉਹਨਾਂ ਦੇ ਫੈਸਲੇ ਦਾ 100%। ਫਿਰ ਰੋਕਿਆ ਕਿਨੇ? ਜਲਦੀ ਮਾਰ ਕਰੋ।
मैं तो नहीं कह रहा भी ना मार करो, मैं किदों रुके, मैं विरोध किदों कर रहे हैं। जान बुझ के जेड़ा कुछ करना नहीं है वो ये मीडिया के राही दिखाना चाहते कि राजा वड़िंग, मैं बिल्कुल नहीं रोक रहा भाई साहब, मैं कह रहा करो और कोशिश करके चीफ जस्टिस ऑफ इंडिया ਨੂੰ लिख दो कि एक जज ਨੂੰ ਦੀ ਡਿਪਿਊਟ ਕਰ ਦਿੱਤਾ ਜਾਵੇ, और ਜੇ ਤੁਸੀਂ नहीं कराना है जज साहब ਨੂੰ ਡਿਪਿਊਟ जुडिशरी ਨੂੰ ਤਾਂ ਤੁਸੀਂ कर लो, कोई एतराज नहीं है। टाइम बाउंड होना चाहिए 100% टाइम बाउंड। ये ना होवे भी 10 साल बाद CBI ਦਾ रिपोर्ट आ रही है तो रिपोर्ट 'ਚ लिखिया जा रहा है कि गुनेगार जिन्हां ਨੂੰ गुनेगार किया जा रहा है उन्होंने भाई इज्जत बरी किया जा रहा है। मेरा डर तो ये है। धन्यवाद। राजा वड़िंग साफ तौर से अपनी पार्टी के सांसदों के साथ खड़े हैं और साथ ही उन्होंने कहा कि वो CBI जांच के खिलाफ नहीं है। CBI जांच हो, समयबद्ध तरीके से हो, टाइम बाउंड हो। कैमरामैन फिरोज के साथ अजय झा, दैनिक सवेरा, दिल्ली।